ਪ੍ਰੋਗਰਾਮ ਖਾਲਸਾ ਸਵੇਰੇ 8 ਤੋਂ ਲੈ ਕੇ 10 ਵਜੇ ਤੱਕ। ਇਸ ਸਮੇਂ ਮੇਰੇ ਨਾਲ ਹਰਚਰਨ ਗਰੋਵਰ ਜੀ ਜੁੜ ਚੁੱਕੇ ਨੇ, ਜਿਹੜੇ ਕਿ ਤੁਹਾਨੂੰ ਅਕਾਊਂਟਿੰਗ ਦੀਆਂ ਸੇਵਾਵਾਂ ਦਿੰਦੇ ਨੇ ਤੇ ਬੜੇ ਲੰਮੇ ਸਮੇਂ ਤੋਂ ਇਸ ਪ੍ਰੋਫੈਸ਼ਨ ਦੇ ਵਿੱਚ ਨੇ, ਪ੍ਰੋਫੈਸਰ ਰਹਿ ਚੁੱਕੇ ਨੇ ਤੇ ਹੁਣ ਆਪਣੀ ਇਹ ਖੁਦ ਪ੍ਰੈਕਟਿਸ ਕਰਦੇ ਨੇ। ਸੋ ਹਰਚਰਨ ਗਰੋਵਰ ਜੀ ਦਾ ਨੰਬਰ ਮੈਂ ਦੇਣਾ ਚਾਹਾਂਗਾ 9052474093 9024700193 ਦੇ ਉੱਤੇ ਤੁਸੀਂ ਇਹਨਾਂ ਨਾਲ ਸੰਪਰਕ ਕਰਨਾ ਹੈ। ਗਰੋਵਰ ਸਾਹਿਬ ਜੀ ਆਇਆਂ ਨੂੰ ਪ੍ਰੋਗਰਾਮ ਦੇ ਵਿੱਚ। ਥੈਂਕ ਯੂ ਵੈਰੀ ਮਚ ਜਗਦੀਸ਼ ਜੀ, ਮੇਰੀ ਤਰਫੋਂ ਸਾਰੇ ਲਿਸਨਰਸ ਨੂੰ ਗੁੱਡ ਮਾਰਨਿੰਗ, ਸਤਿ ਸ਼੍ਰੀ ਅਕਾਲ ਜੀ। ਜੀ ਸਤਿ ਸ਼੍ਰੀ ਅਕਾਲ। ਸਭ ਤੋਂ ਪਹਿਲਾਂ ਤਾਂ ਆਪਾਂ ਥੋੜੀ ਗੱਲ ਕਰ ਲਈਏ ਕਿ ਟੈਕਸ ਦੀ ਜਿਹੜੀ ਡੈਡਲਾਈਨ ਹੈ ਉਹਦੇ ਬਾਰੇ ਦੇ ਵਿੱਚ ਕੀ ਇਸ ਨੂੰ ਐਕਸਟੈਂਡ ਕੀਤਾ ਗਿਆ, ਕਿ ਕਦੋਂ ਹੁਣ ਟੈਕਸ ਆ ਜਿਹੜਾ ਫਾਈਲ ਕੀਤਾ ਜਾਣਾ ਚਾਹੀਦਾ, ਥੋੜਾ ਜਿਹਾ ਪਹਿਲਾਂ ਆਪਾਂ ਇਹਦੇ ਲਈ ਡਿਟੇਲ ਆਪਣੇ ਸਰੋਤਿਆਂ ਦੇ ਨਾਲ ਸਾਂਝਾ ਕਰ ਲਈਏ। ਜੀ ਸਭ ਤੋਂ ਪਹਿਲੇ ਜਿਹੜਾ ਟੈਕਸ ਡੈਡਲਾਈਨ ਦਾ ਕੁਐਸਚਨ ਹੈਗਾ ਜੀ, ਜਿਵੇਂ ਸਾਨੂੰ ਸਭ ਨੂੰ ਪਤਾ ਕਿ ਸਾਡੀ ਸਭ ਦੀ ਜਿਹੜੀ ਟੈਕਸ ਦੀ ਡੈਡਲਾਈਨ ਸੀ ਪਹਿਲੇ ਉਹ 30 ਅਪ੍ਰੈਲ ਹੁੰਦੀ ਸੀ, ਲੇਕਿਨ ਉਹ ਗਵਰਨਮੈਂਟ ਨੇ ਕੋਵਿਡ ਦੀ ਵਜ੍ਹਾ ਦੇ ਨਾਲ ਉਹਨੂੰ 1 ਜੂਨ ਕਰ ਦਿੱਤੀ ਸੀ ਐਕਚੁਅਲੀ। ਤੇ ਪਿਛਲੇ ਕਾਫੀ ਦਿਨਾਂ ਵਿੱਚ CRA ਨੂੰ ਇਸ ਚੀਜ਼ ਦੇ ਉੱਤੇ ਰਿਕੁਐਸਟ ਕੀਤੀ ਗਈ ਸੀ ਜੀ ਕਿ ਅਗਰ 1 ਜੂਨ ਨੂੰ ਐਕਸਟੈਂਡ ਕੀਤਾ ਜਾਏ, ਬਟ ਗਵਰਨਮੈਂਟ ਜਿਹੜੀ ਹੈ CRA ਇਸ ਟਾਈਮ ਜਿਹੜੀ ਹੈ 1 ਜੂਨ ਦੀ ਐਕਸਟੈਂਸ਼ਨ ਜਿਹੜੀ ਹੈ ਉਹ ਨਹੀਂ ਦੇ ਰਹੀ। ਤੇ ਯਾਨੀ ਇਹਦਾ ਮਤਲਬ ਇਹ ਹੈਗਾ ਕਿ ਸਾਡੀ ਸਭ ਦੀ ਜਿਹੜੀ ਟੈਕਸ ਦੀ ਪਰਸਨਲ ਟੈਕਸ ਦੀ ਜਿਹੜੀ ਡੈਡਲਾਈਨ ਹੈਗੀ ਉਹ 1 ਜੂਨ ਹੀ ਸਟੈਂਡ ਕਰਦੀ ਹੈ। ਯਾਨੀ ਮੰਡੇ ਜਿਹੜੀ ਤੁਹਾਡੀ ਟੈਕਸ ਦੀ ਡੈਡਲਾਈਨ ਹੈ ਉਹ ਲਾਸਟ ਡੇ ਹੈਗਾ ਤੁਹਾਡਾ, ਤੇ ਮੰਡੇ ਤੱਕ ਤੁਸੀਂ ਆਪਣੀ ਟੈਕਸ ਰਿਟਰਨ ਫਾਈਲ ਕਰਨੀ ਹੈਗੀ। ਲੇਕਿਨ ਇਸ ਤੋਂ ਇਲਾਵਾ ਜਿਹੜੇ ਸੋਲ ਪ੍ਰੋਪਰਾਈਟਰ ਹੈਗੇ ਆ, ਜਿਹੜੇ ਬਿਜ਼ਨਸ ਕਰਦੇ ਹੈਗੇ ਆ ਔਰ ਇੰਡੀਵਿਜੂਅਲ ਕੈਪੈਸਿਟੀ ਵਿੱਚ ਕਰਦੇ ਹੈਗੇ, ਉਹਨਾਂ ਦੀ ਡੈਡਲਾਈਨ ਜਿਹੜੀ ਹੈ ਉਹ 15 ਜੂਨ ਹੈਗੀ ਹੈ। ਤੇ ਗਵਰਨਮੈਂਟ ਨੇ ਇਹ ਕਿਹਾ ਹੈਗਾ ਕਿ ਵੀ ਅਗਰ ਤੁਸੀਂ 15 ਜੂਨ ਤੱਕ ਆਪਣੀ ਟੈਕਸ ਲਾਈਨ, ਸਪੈਸ਼ਲੀ ਬਿਜ਼ਨਸ ਜਿਵੇਂ ਆਪਣੇ ਰੀਅਲਟਰ ਹੋ ਗਏ ਜਾਂ ਹੋਰ ਜਿਹੜੇ ਹੋ ਗਏ ਸੋਲ ਪ੍ਰੋਪਰਾਈਟਰ ਹੈਗੇ, ਜੇ ਅਗਰ ਉਹ ਨਹੀਂ ਕਰਦੇ ਫਾਈਲ, ਤਾਂ ਗਵਰਨਮੈਂਟ ਜਿਹੜੀ ਹੈ ਇਸ ਟਾਈਮ ਉਹ ਇੰਟਰਸਟ ਜਾਂ ਪੈਨਲਟੀ ਜਿਹੜੀ ਹੈ ਉਹ ਨਹੀਂ ਲਗਾਏਗੀ ਫॉर द टाइम बीइंग। ਉਹਨਾਂ ਨੇ ਇਹ ਕਿਹਾ ਕਿ ਐਜ਼ ਲੌਂਗ ਐਜ਼ ਅਗਰ ਤੁਸੀਂ ਆਪਣੀ ਪੇਮੈਂਟ ਜਿਹੜੀ ਹੈ ਟੈਕਸ ਦੀ 1 ਸਤੰਬਰ ਤੱਕ ਕਰ ਦਿੰਦੇ ਹੋ ਤਾਂ ਤੁਹਾਨੂੰ ਜਿਹੜੀ ਹੈ ਲੇਟ ਫਾਈਲਿੰਗ ਜਿਹੜੀ ਇੰਟਰਸਟ ਜਾਂ ਪੈਨਲਟੀ ਜਿਹੜੀ ਹੈ ਉਹ ਨਹੀਂ ਲੱਗੇਗੀ, ਪ੍ਰੋਵਾਈਡਡ ਕਿ 1 ਸਤੰਬਰ ਤੱਕ ਤੁਸੀਂ ਅਗਰ ਟੈਕਸ ਦੀ ਪੇਮੈਂਟ ਕਰ ਦਿੰਦੇ ਹੋ। ਟੈਕਸ ਦੀ ਡੈਡਲਾਈਨ ਪਰਸਨਲ ਲੈਵਲ ਦੇ ਉੱਤੇ ਕੋਈ ਚੇਂਜ ਨਹੀਂ ਕੀਤਾ ਉਹਨਾਂ ਨੇ। ਔਰ ਇਸ ਤੋਂ ਇਲਾਵਾ ਜਿਹੜਾ ਉਹਨਾਂ ਨੇ ਕਾਰਪੋਰੇਸ਼ਨ ਦੀ ਜਿਹੜੀ ਟੈਕਸ ਰਿਟਰਨ ਹੈਗੀ ਹੈ, ਜਿਹੜੀ ਵੀ ਟੈਕਸ ਰਿਟਰਨਸ ਜਿਹੜੀ ਜੂਨ ਵਿੱਚ ਜਾਂ ਜੁਲਾਈ ਵਿੱਚ ਜਾਂ ਅਗਸਤ ਵਿੱਚ ਡਿਊ ਸੀ, ਕਾਰਪੋਰੇਸ਼ਨ ਦੇ ਅੰਦਰ ਉਹਨਾਂ ਨੇ ਐਕਸਟੈਂਸ਼ਨ ਦੇ ਦਿੱਤੀ ਹੈ ਕਿ ਕੋਈ ਵੀ ਕੰਪਨੀ ਦੀ ਅਗਰ ਟੈਕਸ ਡੈਡਲਾਈਨ ਜਿਹੜੀ ਹੈਗੀ ਹੈ ਟੈਕਸ ਰਿਟਰਨ ਫਾਈਲ ਕਰਨ ਦੀ ਉਹ ਜੂਨ ਵਿੱਚ ਸੀ ਤੇ ਉਹਨੂੰ ਚੇਂਜ ਕਰ ਦਿੱਤਾ ਹੈਗਾ। ਉਹ ਹੁਣ 1 ਸਤੰਬਰ ਤੱਕ ਆਪਣੀ ਜਿਹੜੀ ਹੈ ਟੈਕਸ ਰਿਟਰਨ ਫਾਈਲ ਕਰ ਸਕਦੇ ਹੈਗੇ ਹੈ। ਔਰ ਟੈਕਸ ਦੀ ਵੀ ਜਿਹੜੀ ਬੈਲੈਂਸ ਹੈਗਾ, ਅਗਰ ਕੋਈ ਇੰਸਟਾਲਮੈਂਟ ਅਗਰ ਕੋਈ ਉਹਨਾਂ ਨੇ ਟੈਕਸ ਬੈਲੈਂਸ ਦੇਣਾ ਸੀ ਉਹ ਵੀ 1 ਸਤੰਬਰ ਤੱਕ ਹੈਗਾ। ਜਿਹੜੀ ਪਰਸਨਲ ਟੈਕਸ ਦੀ ਇੰਸਟਾਲਮੈਂਟ ਹੁੰਦੀ ਹੈਗੀ ਹੈ ਐਕਚੁਅਲੀ ਜਿਹੜੀ ਉਹ 15 ਜੂਨ ਤੱਕ ਜਮ੍ਹਾਂ ਕਰਾਣੀ ਹੁੰਦੀ ਹੈ, ਉਹ ਵੀ ਜਿਹੜੀ ਹੈ 1 ਸਤੰਬਰ ਤੱਕ ਦੀ ਐਕਸਟੈਂਡਡ ਹੈਗੀ ਹੈ ਜੀ। ਇਹ ਹੈਗੀ ਜੀ ਫਸਟ ਸਾਡੀ ਟੈਕਸ ਡੈਡਲਾਈਨ ਦੇ ਉੱਤੇ ਜੀ। ਤੇ ਇਸ ਤੋਂ ਇਲਾਵਾ CERB ਦੇ ਲਈ CRA ਵੱਲੋਂ ਕੀ ਇਸ ਸਮੇਂ ਨਵੀਆਂ ਗੱਲਾਂ ਕੀਤੀਆਂ ਜਾ ਰਹੀਆਂ ਨੇ, ਇਹਦੇ ਲਈ ਵੀ ਥੋੜਾ ਜਿਹਾ ਸਾਨੂੰ ਚਾਨਣਾ ਪਾ ਦਿਓ। ਹਾਂਜੀ, CRA ਨੇ ਰੀਸੈਂਟਲੀ 26 ਤਰੀਕ ਨੂੰ ਆਪਣੀ ਡਾਟਾ ਰਿਲੀਜ਼ ਕੀਤਾ ਹੈਗਾ ਤੇ ਉਹਦੇ ਅਕੋਰਡਿੰਗਲੀ ਅਪਰੋਕਸੀਮੇਟਲੀ 15 ਮਿਲੀਅਨ ਦੇ ਕਰੀਬ ਐਪਲੀਕੇਸ਼ਨਸ ਆਲਰੇਡੀ ਜਿਹੜੀ ਹੈ ਉਹਨਾਂ ਕੋਲ ਆ ਚੁੱਕੀਆਂ ਹੈਗੀਆਂ, ਔਰ 15 ਮਿਲੀਅਨ ਦੇ ਵਿਚਕਾਰ ਉਹਨਾਂ ਨੇ 14.2 ਮਿਲੀਅਨ ਆਲਰੇਡੀ ਪ੍ਰੋਸੈਸ ਕਰ ਦਿੱਤੀਆਂ ਹੈਗੀਆਂ ਐਪਲੀਕੇਸ਼ਨ, ਔਰ $41 ਬਿਲੀਅਨ ਜਿਹੜੇ ਹੈ ਉਹਨਾਂ ਨੇ ਆਲਰੇਡੀ ਜਿਹੜੇ ਹੈ ਉਹ ਡਿਸਬਰਸ ਕਰ ਦਿੱਤੇ ਹੈ। ਗਰੋਵਰ ਸਾਹਿਬ, ਜੇ ਆਪਾਂ ਦੇਖਦੇ ਹਾਂ ਕਿ ਕੈਨੇਡਾ ਦੀ ਪਾਪੂਲੇਸ਼ਨ ਇਸ ਸਮੇਂ 34 ਮਿਲੀਅਨ 35 ਮਿਲੀਅਨ ਦੇ ਕਰੀਬ ਹੈ, 37 ਮਿਲੀਅਨ ਦੇ ਕਰੀਬ ਹੈਗੀ, 37 ਮਿਲੀਅਨ ਦੇ ਕਰੀਬ ਹੈਗੀ ਆ, ਤੇ ਉਹਦੇ ਚੋਂ 15 ਮਿਲੀਅਨ ਲੋਕਾਂ ਨੇ ਇਹ ਬੈਨੀਫਿਟ ਲਈ ਅਪਲਾਈ ਕੀਤਾ ਹੈ। ਸੋ ਇਹਦਾ ਮਤਲਬ ਹੁਣ ਜਿਹੜੀ 37 ਮਿਲੀਅਨ ਆ ਉਹਦੇ 'ਚ ਬੱਚੇ ਵੀ ਆ, ਬਜ਼ੁਰਗ ਵੀ ਆ, ਹਾਊਸ ਵਾਈਫਸ ਤੇ ਵੀ ਹੋਰ ਆ ਜਿਹੜੇ, ਉਹ ਸਾਰੇ ਜੇ ਕੱਢ ਦਿੰਦੇ ਆ, ਮੇਰਾ ਨਹੀਂ ਖਿਆਲ ਕਿ ਜਿਹੜੀ ਵਰਕਫੋਰਸ ਕਿੰਨੀ ਕੁ ਇਹਦਾ ਅੰਦਾਜ਼ਾ ਹੈ ਕਿ ਟੋਟਲ ਐਟ ਏ ਟਾਈਮ ਕੈਨੇਡੀਅਨ ਕਿੰਨੇ ਕੰਮ ਕਰਦੇ ਨੇ? 60% ਲਗਾ ਕੇ ਚਲੋ ਜੀ, 60%। ਹਾਂਜੀ, ਠੀਕ। ਤੇ ਆਲਮੋਸਟ ਹੁਣ 50% ਨੇ ਅਪਲਾਈ ਕਰ ਦਿੱਤਾ ਹੈ ਜੀ। almost 14.9, ਹਾਂਜੀ, almost 15 million people have already applied it. It's really surprising actually. I think ਤੁਹਾਨੂੰ ਇਸ ਚੀਜ਼ ਦੇ ਉੱਤੇ ਟਾਕ ਸ਼ੋ ਰੱਖਣਾ ਚਾਹੀਦਾ ਹੈ ਕਿ ਵੀ ਪੈਸਾ ਚਲੋ 2000 ਮਿਲਿਆ ਜਾਂ ਨਹੀਂ ਮਿਲਿਆ ਉਹ ਇੱਕ ਅਲੱਗ ਲੱਗੀ, ਕਿ ਕਿੰਨੇ ਬੰਦੇ ਐਸੇ ਹੁੰਦੇ ਜਿਨ੍ਹਾਂ ਨੂੰ ਅਗਰ 2000 ਨਹੀਂ ਮਿਲਦਾ ਤੇ ਉਹ ਸਰਵਾਈਵ ਨਹੀਂ ਕਰ ਪਾਉਂਦੇ। ਮਤਲਬ ਕਿ ਉਹਨਾਂ ਦਾ ਕੀ ਰੀਅਲੀ ਉਹ ਸਰਵਾਈਵ ਨਹੀਂ ਕਰ ਪਾਉਂਦੇ, ਇਸ ਚੀਜ਼ ਦੇ ਉੱਤੇ ਤੁਹਾਨੂੰ ਜ਼ਰੂਰ ਇੱਕ ਵਾਰੀ ਡਿਸਕਸ ਕਰਨਾ। ਤੁਸੀਂ ਇਹ ਦੇਖੋ ਆਪਣੇ ਗਰੋਵਰ ਸਾਹਿਬ ਜਿਹੜੇ ਆਪਣੇ ਵੈਲਫੇਅਰ ਤੇ ਬੈਠੇ ਸੀਗੇ ਜੀ, ਕੀ ਉਹਨਾਂ ਦਾ ਵੀ ਸਰਵਾਈਵ ਹੋਣਾ ਮੁਸ਼ਕਿਲ ਹੋ ਗਿਆ, ਕਿ ਉਹਨਾਂ ਦੀ ਵੀ ਇਨਕਮ ਘਟ ਗਈ? ਨਹੀਂ, ਉਹਨਾਂ ਦੀ ਦੇਖੋ ਕਈ ਲੋਕ ਤੇ ਜਿਹੜੇ ਵੈਲਫੇਅਰ ਤੇ ਹੈਗੇ ਆ ਔਰ ਉਹ ਤੇ ਉਹਨਾਂ ਦੀ
ਸਰਬ ਦੇ ਲਈ ਤੇ ਬਿਲਕੁਲ ਐਲੀਜੀਬਿਲਿਟੀ ਹੈ ਹੀ ਨਹੀਂ ਹੈਗੀ ਐਕਚੁਅਲੀ, ਨਾ ਕਈ ਡਿਸੇਬਿਲਿਟੀ ਤੇ ਹੈਗੇ ਉਹਨਾਂ ਦੀ ਵੀ ਐਲੀਜੀਬਿਲਿਟੀ ਨਹੀਂ ਹੈਗੀ ਹੈ। ਔਰ ਈਵਨ ਗਵਰਨਮੈਂਟ ਤੇ ਜਿਹੜੀ ਤੁਸੀਂ ਮੈਂ ਤਾਂ ਮੈਂਸ਼ਨ ਵੀ ਕੀਤਾ ਪਿੱਛੇ ਕਿ ਗਵਰਨਮੈਂਟ ਦਾ ਫੈਡਰਲ ਗਵਰਨਮੈਂਟ ਤੇ ਇਹੀ ਕਹਿ ਰਹੀ ਹੈ ਕਿ ਤੁਸੀਂ ਉਹਨੂੰ ਕਲॉबੈਕ ਵੀ ਨਾ ਕਰੋ, ਯਾਨੀ ਜਿਹੜਾ ਉਹਨਾਂ ਨੂੰ ਪੈਸਾ ਮਿਲਿਆ ਉਹਨੂੰ ਐਜ਼ ਇਟ ਇਜ਼ ਰਹਿਣ ਦਿਓ। ਜੀ ਜੀ। ਬਟ ਕੁਝ ਪ੍ਰੋਵਿੰਸ ਜਿਹੜੇ ਹੈ ਉਹਦੇ ਉੱਤੇ ਆਈ ਥਿੰਕ ਕਲॉबੈਕ ਕਰ ਰਹੇ ਹੈ, ਕੁਝ ਪ੍ਰੋਵਿੰਸ ਉਹਨੂੰ ਨਹੀਂ ਕਰ ਰਹੇ, ਯਾਨੀ ਕਿ ਕੁਝ ਪ੍ਰੋਵਿੰਸ ਸਪੈਸ਼ਲੀ ਆਪਣੇ ਓਨਟਾਰੀਓ ਦੀ ਅਗਰ ਗੱਲ ਕਰੀਏ ਉਹਦੇ ਵਿੱਚ ਜੀ, ਤੇ ਓਨਟਾਰੀਓ ਵੀ ਜਿਹੜਾ ਅਪ ਟੂ 1100 ਤੱਕ ਜਿਹੜਾ ਹੈਗਾ ਉਹਨਾਂ ਨੂੰ ਅਲਾਉ ਕਰ ਰਿਹਾ ਹੈਗਾ ਕਿ ਤੁਸੀਂ 1100 ਤੱਕ ਰੱਖ ਲਓ, ਬਾਕੀ $900 ਜਿਹੜਾ ਹੈਗਾ ਉਹਦੇ ਉੱਤੇ ਤੁਹਾਨੂੰ ਵਾਪਿਸ ਉਹ ਕਰਨਾ ਪੈਣਾ ਹੈ। ਸੋ 4 ਪ੍ਰੋਵਿੰਸਸ ਨੇ ਜਿਹੜੀਆਂ ਕਹਿੰਦੀਆਂ ਨੇ, ਕਿਊਬੈਕ ਹੋ ਗਿਆ, ontario ਹੋ ਗਿਆ ਤੇ 2 ਹੋਰ ਪ੍ਰੋਵਿੰਸ ਹੋ ਗਈਆਂ ਕਿ ਅਸੀਂ ਜਿਹੜਾ ਵਾਪਸ ਸਾਰਾ ਨਹੀਂ ਲਵਾਂਗੇ, ਕੁਛ ਨਾ ਕੁਛ ਤਾਂ ਅਸੀਂ ਵੈਲਫੇਅਰ ਦੇ ਵਿੱਚ ਜ਼ਰੂਰ ਕਟੌਤੀ ਕਰਾਂਗੇ, ਪਰ ਬਾਕੀ ਜਿਹੜੀਆਂ ਪ੍ਰੋਵਿੰਸਸ ਨੇ ਉਹ ਕਹਿੰਦੇ ਕਿ ਠੀਕ ਆ, ਫੈਡਰਲ ਗਵਰਨਮੈਂਟ ਨੇ ਕਹਿ ਦਿੱਤਾ ਤੇ ਸਾਨੂੰ ਇਹ ਵਾਪਸ ਲੈਣ ਦੀ ਲੋੜ ਨਹੀਂ ਹੈ। ਸੋ ਜਿਹੜੇ ਵੈਲਫੇਅਰ ਤੇ ਬੈਠੇ ਸੀਗੇ ਉਹ ਵੀ $2,000 ਲੈਣ ਲੱਗ ਗਏ, ਜਿਹੜੇ ਡਿਸੇਬਿਲਿਟੀ ਤੇ ਬੈਠੇ ਸੀਗੇ ਉਹਨਾਂ ਨੇ ਵੀ ਅਪਲਾਈ ਕਰਤਾ, ਉਹਨਾਂ ਨੂੰ ਵੀ ਮਿਲ ਗਏ। ਜਿਹੜੇ ਜੇਲ੍ਹ ਦੇ ਵਿੱਚ ਸੀਗੇ, ਹੁਣ ਜੇਲ੍ਹ 'ਚ ਜਿਹੜਾ ਬੰਦਾ ਬੈਠਾ ਕ੍ਰਾਈਮ ਕਰਕੇ ਉਹਦੀ ਕੀ ਇਨਕਮ ਘਟ ਗਈ ਹੈ। ਬਿਲਕੁਲ ਬਿਲਕੁਲ। ਬਟ ਜਗਦੀਸ਼ ਜੀ, ਇਸ ਤਰ੍ਹਾਂ ਕਾਫੀ ਲੋਕਾਂ ਨੇ ਮੈਨੂੰ ਕਾਫੀ ਫੋਨ ਆਉਂਦੇ ਆ ਇਸ ਚੀਜ਼ ਦੇ ਉੱਤੇ ਕਿ ਜੀ ਅਸੀਂ ਲੈ ਤੇ ਲਿਆ, ਮੈਂ ਕਿਹਾ ਜੇ ਤੁਸੀਂ ਐਲੀਜੀਬਲ ਹੀ ਨਹੀਂ ਸੀ ਇਸ ਚੀਜ਼ ਨੂੰ ਲੈਣ ਦੇ ਲਈ ਤੇ ਤੁਸੀਂ ਕਿਉਂ ਕਲੇਮ ਕੀਤਾ ਐਕਚੁਅਲੀ? ਕਹਿੰਦੇ ਜੋ ਸਾਡੇ ਫੈਮਿਲੀ ਵਾਲਿਆਂ ਨੇ ਕਿਹਾ ਕਿ ਨਹੀਂ ਤੁਸੀਂ ਲੈ ਲਓ, ਮਤਲਬ ਉਹਨਾਂ ਨੇ ਇੱਕ ਦੂਜੇ ਦੇ ਕਹਿਣ ਦੇ ਉੱਤੇ ਲੈ ਲਿਆ, ਔਰ ਹਾਲਾਂਕਿ ਉਹ ਕੰਮ ਕਰ ਰਹੇ ਆ, ਸਭ ਕੁਝ ਕਰ ਰਹੇ ਆ, ਤੇ ਹੁਣ ਉਹਨਾਂ ਦਾ ਕੁਐਸਚਨ ਹੈ ਕਿ ਇਹਨੂੰ ਵਾਪਿਸ ਕਿਵੇਂ ਕਰੀਏ ਐਕਚੁਅਲੀ ਜੀ। ਉਹਦੇ ਲਈ CRA ਨੇ ਹੁਣ ਬੇਸਿਕਲੀ ਪਿਛਲੇ ਕੁਝ ਦਿਨਾਂ ਦੇ ਅੰਦਰ ਜਿਹੜਾ ਉਹਨਾਂ ਨੇ ਡਿਸਕਲੋਜ਼ ਕੀਤਾ ਹੈ ਕਿ ਉਹ CRA ਨੇ ਵੀ ਜਿਹੜੀ ਆਪਣੀ ਚੈਕਿੰਗ ਕਰਨੀ ਹੈ, ਉਹ ਕਹਿ ਰਹੇ ਕਿ ਸਾਡੇ ਕੋਲ ਇਸ ਟਾਈਮ ਅਸੀਂ ਕੋਈ ਚੈਕਿੰਗ ਨਹੀਂ ਕਰਨੀ, ਜੋ ਵੀ ਚੈਕਿੰਗ ਜਾਂ ਇਹਦੇ ਬਾਰੇ ਜੋ ਵੀ ਬੈਕ ਐਂਡ ਤੇ ਕੰਮ ਸ਼ੁਰੂ ਹੋਣਾ ਹੈ ਉਹ ਸਾਲ ਦੇ ਐਂਡ ਵਿੱਚ ਹੋਣਾ ਹੈ। ਔਰ ਹੋ ਸਕਦਾ ਹੈ ਕਿ ਆਉਣ ਵਾਲੇ ਟਾਈਮ ਦੇ ਅੰਦਰ ਉਹ ਮੋਸਟਲੀ ਕੰਪਨੀਆਂ ਨੂੰ ਇਹ ਕਹਿਣ ਕਿ ਜਦੋਂ ਤੁਸੀਂ ਆਪਣੀ T4 ਰਿਪੋਰਟ ਕਰਦੇ ਹੈਗੇ ਹੋ, ਉਹ ਰਿਪੋਰਟਿੰਗ ਦੇ ਨਾਲ ਤੁਸੀਂ ਉਹਦੀ ਮੰਥ ਵਾਈਜ਼ ਬ੍ਰੇਕਡਾਊਨ ਵੀ ਪ੍ਰੋਵਾਈਡ ਕਰੋ, ਯਾਨੀ ਕਿ ਉਹ ਅਗਰ ਮੰਥ ਵਾਈਜ਼ ਕਿਉਂਕਿ ਉਸ ਤੋਂ ਬਿਨਾਂ ਤੇ ਪਤਾ ਨਹੀਂ ਲੱਗਣਾ ਕਿ ਕਿੰਨੀ ਅਰਨ ਕੀਤੀ ਹੈ, ਕਿਹੜੇ ਮਹੀਨੇ ਦੇ ਅੰਦਰ ਅਰਨਿੰਗ ਕੀਤੀ ਹੈਗੀ ਆ। ਤੇ ਉਹ ਜਦੋਂ ਮੰਥ ਵਾਈਜ਼ ਤੁਸੀਂ ਬ੍ਰੇਕਡਾਊਨ ਕਰੋਗੇ, ਯਾਨੀ ਕੰਪਨੀਆਂ ਦੇ ਲਈ ਕੰਮ ਵੱਧ ਗਿਆ, ਤੁਹਾਡੇ ਅਕਾਊਂਟੈਂਟ ਦੇ ਲਈ ਕੰਮ ਵੱਧ ਗਿਆ, ਤੁਹਾਨੂੰ ਮਤਲਬ ਕਿ ਐਕਸਟਰਾ ਐਡ ਵਿੱਚ ਹੈਡੇਕ ਹੋ ਗਿਆ। ਔਰ ਇਸ ਤੋਂ ਇਲਾਵਾ CRA ਨੇ ਜਿਹੜਾ ਕਿਹਾ ਕਿ ਉਹ ਜਨਵਰੀ ਐਂਡ ਫਰਵਰੀ ਜਿਹੜਾ ਮੰਥ ਹੈਗਾ ਉਹਦੇ ਵਿੱਚ ਬੇਸਿਕਲੀ ਉਹ ਇਸ ਚੀਜ਼ ਨੂੰ ਇਨਵੈਸਟੀਗੇਟ ਕਰਨਗੇ, ਉਸ ਤੋਂ ਪਹਿਲੇ ਨਹੀਂ ਕਰਨਗੇ। ਔਰ ਉਹਨਾਂ ਨੇ ਇੱਕ ਰੀਸੈਂਟਲੀ ਹੀ ਮੰਡੇ ਤੋਂ ਇੱਕ ਆਪਣੇ ਪੋਰਟਲ ਦੇ ਅੰਦਰ ਇੱਕ ਚੀਜ਼ ਐਡ ਕੀਤੀ ਹੈ ਕਿ ਜਿਹੜੇ ਬੰਦੇ ਜਿਨ੍ਹਾਂ ਨੇ ਮਤਲਬ ਕਿ ਜੋ ਐਲੀਜੀਬਲ ਨਹੀਂ ਸੀ ਔਰ ਉਹਨਾਂ ਨੇ ਆਪਣਾ ਸਰਬ ਦਾ ਬੈਨੀਫਿਟ ਲੈ ਲਿਆ, ਜਾਂ ਜਿਨ੍ਹਾਂ ਨੂੰ ਮਤਲਬ ਕਿ ਗਲਤ ਤਰੀਕੇ ਨਾਲ ਆ ਗਿਆ, ਜਿਨ੍ਹਾਂ ਨੂੰ EI ਵੀ ਆ ਗਿਆ, ਸਰਬ ਵੀ ਆ ਗਿਆ ਐਕਚੁਅਲੀ, ਜਾਂ ਜਿਨ੍ਹਾਂ ਨੂੰ ਜੌਬ ਮਿਲ ਗਈ ਹੈ ਔਰ ਉਹਨਾਂ ਨੂੰ ਹੁਣ ਵਾਪਿਸ ਕਰਨਾ ਪੈਣਾ, ਤੇ ਉਹਨਾਂ ਨੇ ਆਪਣੇ ਪੋਰਟਲ ਤੇ ਉੱਤੇ ਇੱਕ ਹੁਣ ਫੈਸਿਲਿਟੀ ਉਹਨਾਂ ਨੇ ਐਡ ਕਰ ਦਿੱਤੀ ਕਿ ਜਦੋਂ ਤੁਸੀਂ ਆਪਣੇ ਮਾਈ ਅਕਾਊਂਟ ਵਿੱਚ ਜਾਂਦੇ ਹੋ ਤਾਂ ਉਹਦੇ ਵਿੱਚ ਉਹਨਾਂ ਨੇ ਹੁਣ ਰਿਟਰਨ ਦੀ ਫੈਸਿਲਿਟੀ ਜਿਹੜੀ ਹੈ ਉਹ ਦੇ ਦਿੱਤੀ ਹੈ ਕਿ ਯਾਨੀ ਤੁਸੀਂ ਉਹਨੂੰ ਕਲਿੱਕ ਕਰੋ ਆਪਣੀ ਬੈਂਕਿੰਗ ਇਨਫੋਰਮੇਸ਼ਨ ਦੇ ਥਰੂ, ਤੁਸੀਂ ਉਹ ਪੈਸਾ ਵਾਪਿਸ ਵੀ ਕਰ ਸਕਦੇ ਹੋ, ਯਾਨੀ ਤੁਹਾਨੂੰ ਚੈੱਕ ਜਾਂ ਡਰਾਫਟ ਬਣਾਉਣ ਦੀ ਲੋੜ ਨਹੀਂ ਹੈਗੀ, ਤੁਸੀਂ ਆਪਣਾ ਮਾਈ ਅਕਾਊਂਟ ਤੇ ਜਾ ਕੇ ਉਹ ਹੁਣ ਤੁਸੀਂ ਵਾਪਿਸ ਕਰ ਦਿਓ। ਮੰਡੇ ਨੂੰ ਉਹਨਾਂ ਨੇ ਇਸ ਚੀਜ਼ ਨੂੰ ਲਾਂਚ ਕੀਤਾ ਹੈਗਾ ਜੀ ਜੀ, ਔਰ ਮੰਡੇ ਨੂੰ ਲਾਂਚ ਕਰਦੇ ਬਿਨਾਂ ਕਿਸੇ ਐਡਵਰਟਾਈਜ਼ਮੈਂਟ ਦੇ, ਬਿਨਾਂ ਕਿਸੇ ਮਤਲਬ ਮੈਂਸ਼ਨ ਕੀਤੇ ਹੋਏ ਉਹਨਾਂ ਨੇ ਸਾਇਲੈਂਟਲੀ ਇਸ ਚੀਜ਼ ਨੂੰ ਇੰਟਰੋਡਿਊਸ ਕੀਤਾ ਹੈਗਾ। 15,000 ਪਹਿਲੇ ਦਿਨ ਹੀ ਲੋਕਾਂ ਨੇ ਵਾਪਿਸ ਕਰ ਦਿੱਤਾ ਜੀ। ਅੱਛਾ, ਜਿਹੜੇ ਲੋਕ ਬਾਹਰਲੇ ਮੁਲਕਾਂ 'ਚ ਬੈਠੇ ਨੇ, ਕੈਨੇਡੀਅਨ ਇੱਥੋਂ ਬਾਹਰ ਗਏ ਨੇ ਜਾਂ PR ਨੇ ਜਾਂ ਟੈਂਪਰੇਰੀ ਵਰਕ ਹੋਲਡਰ ਨੇ, ਜਿਹੜੇ ਉਹ ਬਾਹਰ ਚਲੇ ਗਏ ਕੈਨੇਡਾ ਤੋਂ, ਬਾਹਰ ਕਿਤੇ ਹੋਰ ਮੁਲਕ ਦੇ ਵਿੱਚ ਬੈਠੇ ਨੇ, ਉਹਨਾਂ ਨੇ ਅਪਲਾਈ ਕੀਤਾ, ਉਹਨਾਂ ਨੂੰ ਵੀ ਮਿਲ ਗਿਆ? ਦੇਖੋ, ਕਿਉਂਕਿ ਸਿਸਟਮ ਜਿਹੜਾ ਹੈਗਾ ਤੁਹਾਨੂੰ ਆਨਲਾਈਨ ਐਪਲੀਕੇਸ਼ਨ ਦੀ ਗੱਲ ਕਰ ਰਿਹਾ ਹੈਗਾ, ਆਨਲਾਈਨ ਬੰਦਾ ਕਿੱਥੇ ਵੀ ਬੈਠਾ ਉਹਨੂੰ ਅਪਲਾਈ ਕਰੀ ਜਾ ਰਿਹਾ ਹੈਗਾ, ਔਰ ਉਹਨੇ ਸਿਰਫ ਆਪਣੀ ਬੈਂਕਿੰਗ ਇਨਫੋਰਮੇਸ਼ਨ ਹੀ CRA ਨੂੰ ਉਹਦੇ ਵਿੱਚ ਆਪਣੇ ਸਿਸਟਮ ਵਿੱਚ ਅਪਡੇਟ ਕਰਨੀ ਹੈਗੀ ਹੈ, ਔਰ ਉਹਦੇ ਬੇਸ ਦੇ ਉੱਤੇ ਉਹ ਕਿਤੇ ਵੀ ਐਲੀਜੀਬਿਲਿਟੀ ਉਹਦੀ ਮਤਲਬ ਕਿ ਉਹ ਮਤਲਬ ਅਪਲਾਈ ਕਰ ਰਿਹਾ। ਲੇਕਿਨ ਕੀ ਉਹ ਰੀਅਲੀ ਵਿੱਚ ਐਲੀਜੀਬਲ ਹੈਗਾ? ਮੇਰਾ ਕਹਿਣਾ ਹੈਗਾ ਕਿ ਉਹ ਰੀਅਲੀ ਐਲੀਜੀਬਲ ਨਹੀਂ ਹੈਗਾ, ਕਿਉਂਕਿ ਉਹਦੀ ਕੰਡੀਸ਼ਨ ਇਹ ਹੈਗੀ ਹੈ ਕਿ ਤੁਸੀਂ ਕੈਨੇਡਾ ਦੇ ਅੰਦਰ ਰਿਜ਼ਾਈਡ ਕਰ ਰਹੇ ਹੋਣੇ ਚਾਹੀਦੇ। ਜਦੋਂ ਤੁਸੀਂ ਐਪਲੀਕੇਸ਼ਨ ਕਰਨੀ ਹੈ ਤੁਸੀਂ ਕੈਨੇਡਾ ਦੇ ਅੰਦਰ ਰਿਜ਼ਾਈਡ ਕਰਨਾ, ਤੁਸੀਂ ਹੋ ਸਕਦਾ ਕਿ ਜਦੋਂ ਕੈਨੇਡਾ ਦੇ ਅੰਦਰ ਆ ਜਾਓ ਤੁਸੀਂ ਉਸ ਦਿਨ ਤੋਂ ਦੁਬਾਰਾ ਅਪਲਾਈ ਕਰ ਸਕਦੇ ਹੋ, ਕਿਉਂਕਿ ਅਗਰ ਤੁਸੀਂ ਕੋਵਿਡ ਦੀ ਵਜ੍ਹਾ ਨਾਲ ਤੁਹਾਨੂੰ ਤੁਹਾਡੇ ਇੰਪਲਾਇਰ ਨੇ ਕਹਿ ਦਿੱਤਾ ਕਿ ਤੁਹਾਡੇ ਕੋਲ ਹੁਣ ਜੌਬ ਨਹੀਂ ਹੈਗੀ, ਫਿਰ ਤੁਸੀਂ ਐਲੀਜੀਬਲ ਹੋ ਜਾਂਦੇ ਹੋ, ਲੇਕਿਨ ਬਾਹਰ ਬੈਠੇ ਹੋਏ ਤੁਸੀਂ ਨਹੀਂ ਹੋ ਸਕਦੇ ਉਹਦੇ ਵਿੱਚ ਜੀ। ਅੱਛਾ, ਅੰਤ ਵਿੱਚ ਗਰੋਵਰ ਸਾਹਿਬ ਥੋੜਾ ਜਿਹਾ ਜਿਹੜਾ ਆਪਣੇ ਕਮਰਸ਼ੀਅਲ ਰੈਂਟ ਦੇ ਲਈ ਬ੍ਰੇਕ ਦਿੱਤੀ ਸੀਗੀ, ਉਹਦੀਆਂ ਐਪਲੀਕੇਸ਼ਨਾਂ ਲੈਣੀਆਂ ਸ਼ੁਰੂ ਕਰ ਦਿੱਤੀਆਂ ਨੇ ਸਰਕਾਰ ਨੇ, ਉਹਦੇ ਬਾਰੇ 2 ਮਿੰਟ ਦੇ ਵਿੱਚ ਸਾਨੂੰ ਅਪਡੇਟ ਕਰ ਦਿਓ।
ਹਾਂਜੀ, ਰੈਂਟ ਸਬਸਿਡੀ ਦੀ ਜਿਹੜੀ ਐਪਲੀਕੇਸ਼ਨ ਹੈਗੀ ਹੈ ਉਹ 25 ਤਰੀਕ ਤੋਂ ਸਟਾਰਟ ਹੋ ਗਈ ਹੈ। ਐਕਚੁਅਲੀ ਗਵਰਨਮੈਂਟ ਨੇ ਵੀ ਉਹ ਇਨੀਸ਼ੀਅਲ ਵਿੱਚ ਉਹ ਐਪਲੀਕੇਸ਼ਨ ਲੈਣੀ ਸ਼ੁਰੂ ਕੀਤੀ ਹੈਗੀ ਔਰ ਡੇ ਵਾਈਜ਼ ਉਹਨਾਂ ਨੇ ਪਲਾਨ ਕੀਤਾ ਹੈਗਾ ਸੀ ਕਿ ਮੰਡੇ ਨੂੰ ਇੱਕ ਪ੍ਰੋਵਿੰਸ ਨੇ ਲਿੱਤਾ ਔਰ ਟਿਊਜ਼ਡੇ ਨੂੰ ਅਲੱਗ ਲਿੱਤਾ। ਜਿਨ੍ਹਾਂ ਦੇ ਵੀ ਟੈਨੈਂਟ 10 ਤੋਂ ਨੀਚੇ ਸੀ ਉਹ ਉਹਨਾਂ ਨੇ ਮੰਡੇ ਟਿਊਜ਼ਡੇ ਤੋਂ ਐਪਲੀਕੇਸ਼ਨ ਪ੍ਰੋਸੈਸ ਕਰਨੀ ਸ਼ੁਰੂ ਕਰ ਦਿੱਤੀ। ਉਹਦੇ ਵਿੱਚ ਕੀ ਹੈਗਾ ਕਿ ਲੈਂਡਲੋਰਡ ਨੂੰ ਸਭ ਤੋਂ ਪਹਿਲੇ ਜਿਹੜਾ ਹੈਗਾ ਇੱਕ ਐਗਰੀਮੈਂਟ ਦੇਣਾ ਹੈਗਾ ਕਿ ਰੈਂਟ ਰਿਡਕਸ਼ਨ ਦਾ, ਕਿ ਉਹਨਾਂ ਨੇ ਉਹ ਰੈਂਟ ਰਿਡਿਊਸ ਕਰ ਦਿੱਤਾ ਹੈਗਾ ਟੈਨੈਂਟ ਦਾ। ਔਰ ਉਸ ਤੋਂ ਬਾਅਦ ਇੱਕ ਦੂਜਾ ਐਗਰੀਮੈਂਟ, ਯਾਨੀ ਪੇਪਰ ਵਰਕ ਜ਼ਿਆਦਾ ਹੈਗਾ ਇਹਦੇ ਵਿੱਚ। ਔਰ ਜਿਹੜੇ ਲੋਕ ਐਗਰੀਮੈਂਟ ਰਿਲੇਟਡ ਜਿਹੜੇ ਜ਼ਿਆਦਾ ਸੈਵੀ ਨਹੀਂ ਹੈਗੇ ਤੇ ਉਹਨਾਂ ਲਈ ਥੋੜੀ ਜਿਹੀ ਦਿੱਕਤ ਹੈਗੀ ਹੈ। ਇੱਕ ਉਹਨਾਂ ਨੂੰ ਐਗਰੀਮੈਂਟ ਰੈਂਟ ਰਿਡਕਸ਼ਨ ਦਾ ਸਾਈਨ ਕਰਕੇ ਦੇਣਾ ਹੈ, ਉਸ ਤੋਂ ਬਾਅਦ ਫੋਰਗਿਵਨ ਲੋਨ ਦਾ ਐਗਰੀਮੈਂਟ ਸਾਈਨ ਕਰਕੇ ਦੇਣਾ ਹੈ, ਫਿਰ ਉਹਨਾਂ ਨੂੰ ਇੱਕ ਅਟੈਸਟੇਸ਼ਨ ਕਰਕੇ ਦੇਣੀ ਹੈਗੀ ਹੈ ਕਿ ਉਹ ਉਸ ਰੈਂਟ ਨੂੰ ਕਿਸੇ ਤਰੀਕੇ ਨਾਲ ਰਿਕਵਰ ਨਹੀਂ ਕਰਨਗੇ, ਜਿਹੜਾ 25% ਲੈਂਡਲੋਰਡ ਨੇ ਆਪਣਾ ਪੋਰਸ਼ਨ ਦੇਣਾ ਹੈਗਾ। ਔਰ ਇੱਕ ਉਹਨਾਂ ਨੇ ਟੈਨੈਂਟ ਤੋਂ ਅਟੈਸਟੇਸ਼ਨ ਲੈਣੀ ਹੈਗੀ ਹੈ ਕਿ ਉਹਨਾਂ ਦੀ ਰੈਵਨਿਊ ਜਿਹੜੀ ਹੈਗੀ ਹੈ ਉਹ 70% ਡਿਕਲਾਈਨ ਹੋ ਗਈ ਹੈ, ਮਤਲਬ ਕਿ ਉਹ ਐਲੀਜੀਬਲ ਹੈਗੇ ਹੈ ਸਬਸਿਡੀ ਦੇ ਲਈ। ਤੇ ਉਹ ਕਾਫੀ ਸਾਰੇ ਪੇਪਰ ਵਰਕ ਹੈਗਾ। ਐਗਰੀਮੈਂਟ ਜਿਹੜਾ ਅਗਰ ਤੁਸੀਂ ਉਹਨਾਂ ਦਾ ਸੈਂਪਲ ਐਗਰੀਮੈਂਟ ਦੇਖੋ ਤਾਂ ਕਾਫੀ ਲੰਬਾ, ਕਾਫੀ ਪੇਜਿਸ ਦਾ ਐਗਰੀਮੈਂਟ ਹੈਗਾ ਉਹਦੇ ਵਿੱਚ। ਤੇ ਉਹਦੇ ਵਿੱਚ ਜਿਹੜਾ ਹੈਗਾ ਹਾਲੇ ਵੀ ਰੈਸਿਸਟੈਂਸ ਹੈਗੀ ਹੈ, ਕਾਫੀ ਕਮ ਲੈਂਡਲੋਰਡ ਜਿਹੜੇ ਹੈਗੇ ਉਸ ਚੀਜ਼ ਨੂੰ ਐਕਸੈਪਟ ਕਰ ਰਹੇ ਹੈਗੇ। ਤੇ ਜਿਹੜੇ ਤੇ ਲੈਂਡਲੋਰਡ ਐਗਰੀ ਕਰ ਗਏ ਨੇ ਆਪਣੇ ਟੈਨੈਂਟ ਦੇ ਨਾਲ, ਉਹਨਾਂ ਨੇ ਆਲਰੇਡੀ ਅਪਲਾਈ ਕਰਨਾ ਸ਼ੁਰੂ ਕਰ ਦਿੱਤਾ। ਨਹੀਂ ਤੇ ਬਾਕੀਆਂ ਦਾ ਹਲੇ ਵੀ ਜਿਹੜਾ ਹੈਗਾ ਉਹ ਪ੍ਰੋਸੈਸ ਵਿੱਚ ਹੀ ਚੱਲ ਰਿਹਾ ਹੈਗਾ। ਟੈਨੈਂਟ ਵਰਸਸ ਲੈਂਡਲੋਰਡ ਕਨਵਰਸੇਸ਼ਨ ਚੱਲ ਰਹੀ ਹੈ ਜੀ ਉਹਦੇ ਵਿੱਚ। ਜੀ, ਆਲਰਾਈਟ, ਸੋ ਥੈਂਕ ਯੂ ਸੋ ਮਚ ਗਰੋਵਰ ਸਾਹਿਬ। ਆਪਣਾ ਨੰਬਰ ਇੱਕ ਵਾਰ ਦੇ ਦਿਓ, ਸਰੋਤਿਆਂ ਨਾਲ ਸਾਂਝਾ ਕਰ ਦਿਓ ਅਗਰ ਕਿਸੇ ਵੀ ਭੈਣ ਭਰਾ ਨੂੰ ਅਕਾਊਂਟਿੰਗ ਦੀ ਸਰਵਿਸ ਚਾਹੀਦੀ ਹੈ ਜਾਂ ਇਹਨਾਂ ਬੈਨੀਫਿਟਸ ਬਾਰੇ, ਜਾਂ ਫਿਰ ਆਪਣੇ ਜਿਹੜੇ ਕਮਰਸ਼ੀਅਲ ਤੁਹਾਡੇ ਰੈਂਟ ਦੀ ਸਬਸਿਡੀ ਦਿੱਤੀ ਗਈ ਹੈ ਉਹਦੇ ਬਾਰੇ ਕੋਈ ਇਨਫੋਰਮੇਸ਼ਨ ਚਾਹੀਦੀ ਹੈ, ਜ਼ਰੂਰ ਤੁਹਾਡੀ ਇਹ ਹੈਲਪ ਕਰ ਦੇਣਗੇ। ਜੀ, ਮੈਂ ਜਗਦੀਸ਼ ਜੀ 1 ਮਿੰਟ ਅਗਰ ਹੋਏ ਤਾਂ ਮੈਂ ਇੱਕ ਚੀਜ਼ ਮੈਂਸ਼ਨ ਕਰਦਾ ਹਾਂ ਜੀ। ਕਾਫੀ ਲੋਕ ਜਿਨ੍ਹਾਂ ਨੇ ਲੋਨ ਲਿਆ ਹੈਗਾ ਉਹ ਵੀ ਫੋਨ ਕਰ ਰਹੇ ਹੈਗੇ, ਕਹਿੰਦੇ ਲੋਨ ਤਾਂ ਮਿਲ ਗਿਆ, ਉਹਨਾਂ ਨੂੰ ਯੂਜ਼ ਕਿਵੇਂ ਕਰਨਾ ਹੈਗਾ। ਔਰ ਦੂਜੇ ਕਾਫੀ ਸਟੂਡੈਂਟ ਵੀ ਇਸ ਚੀਜ਼ ਨੂੰ ਲੈ ਕੇ ਫੋਨ ਕਰ ਰਹੇ ਨੇ, ਜਿਹੜੇ ਕਿ ਸਟੂਡੈਂਟ 12ਵੀਂ ਕਲਾਸ ਵਿੱਚ ਹੈਗੇ ਆ, ਜਿਨ੍ਹਾਂ ਨੇ ਯੂਨੀਵਰਸਿਟੀ ਵਿੱਚ ਜਾਣਾ ਸੀ ਸਤੰਬਰ ਨੂੰ, ਕਿ ਵੀ ਅਸੀਂ ਅਪਲਾਈ ਕਰਦੇ ਹਾਂ ਤੇ ਸਾਨੂੰ $1250 ਨਹੀਂ ਮਿਲ ਰਹੇ। ਤੇ ਮੈਂ ਉਹਨਾਂ ਨੂੰ ਇਹੀ ਕਹਿ ਰਿਹਾ ਹੈਗਾ ਕਿ ਵੀ ਜੇ ਤੁਸੀਂ ਸਕੂਲ ਵਿੱਚ ਹੈਗੇ, ਟੈਕਨੀਕਲੀ ਤੁਹਾਡਾ ਸੈਸ਼ਨ ਹੀ ਜੂਨ ਵਿੱਚ ਖਤਮ ਹੁੰਦਾ, ਐਕਚੁਅਲੀ ਉਸ ਤੋਂ ਪਹਿਲੇ ਤੁਸੀਂ ਨਹੀਂ ਅਪਲਾਈ ਕਰਨਾ, ਉਸ ਤੋਂ ਬਾਅਦ ਹੀ ਅਪਲਾਈ ਕਰਨਾ ਹੈਗਾ। ਤੇ ਬਾਕੀ ਜਗਦੀਸ਼ ਜੀ ਮੇਰਾ ਨੰਬਰ ਹੈਗਾ 905 247 0193 905 247 0193 ਜੀ। ਗਰੋਵਰ ਸਾਹਿਬ, ਇੱਕ ਕੁਐਸਚਨ ਹੈ, ਤੁਹਾਨੂੰ ਟੈਕਸਟ ਮੈਸੇਜ ਆਇਆ ਕਿ HST ਪੇ ਕਰਨ ਦੀ ਲਾਸਟ ਡੇਟ ਕਦੋਂ ਹੈ? ਦੇਖੋ, HST ਜਿਹੜੀ ਗਵਰਨਮੈਂਟ ਨੇ ਮੈਂਸ਼ਨ ਕੀਤੀ ਹੋਈ ਹੈ ਕਿ ਐਜ਼ ਲੌਂਗ ਐਜ਼ ਅਗਰ ਤੁਸੀਂ ਉਹਦੀ ਕੀ ਨਾਮ ਹੈ ਰਿਟਰਨ ਆਪਣੀ ਫਾਈਲ ਕਰ ਦਿੰਦੇ ਹੋ ਤਾਂ ਤੁਹਾਡੇ ਕੋਲ ਪੇਮੈਂਟ ਦੀ ਜਿਹੜੀ ਡਿਊ ਡੇਟ ਹੈਗੀ ਹੈ ਉਹ 1 ਸਤੰਬਰ ਤੱਕ ਹੈਗੀ ਹੈ ਪੇਮੈਂਟ ਕਰਨ ਦੀ। 1 ਸਤੰਬਰ ਤੱਕ? ਹਾਂਜੀ। ਆਲਰਾਈਟ, ਥੈਂਕ ਯੂ ਸੋ ਮਚ ਗਰੋਵਰ ਸਾਹਿਬ, ਧੰਨਵਾਦ। ਥੈਂਕ ਯੂ ਵੈਰੀ ਮਚ ਜਗਦੀਸ਼ ਜੀ ਟਾਈਮ ਦੇਣ ਦੇ ਲਈ। ਨੰਬਰ 905 247 0193 905 247 0193 ਤੇ ਤੁਸੀਂ ਇਹਨਾਂ ਦੇ ਨਾਲ ਸੰਪਰਕ ਕਰ ਲੈਣਾ।